ਵਾਹਿਗੁਰੂ ਵਾਹਿਗੁਰੂ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਕੀਤੇ ਪਾਈਐ। ਪੂਰਨ ਪਰਮਾਨੰਦ ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣਿਆ ਕੋਇ। ਐਸੀ ਮਰਨੀ ਜੋ ਮਰੈ, ਬਗੁਰ ਨਾ ਮਰਨਾ ਹੋਇ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬੂ ਨ ਛਾਡੈ ਖੇਤ। ਜਾ ਕੋ ਕਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਗੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਪਰਮ ਸਨਮਾਨਯੋਗ ਚਵਰ ਤਖਤ ਛਤਰ ਦੇ ਮਾਲਕ, ਸਾਂਝੀ ਵਾਲਤਾ ਨੂੰ ਸਾਂਝਾ ਉਪਦੇਸ਼ ਕਰਤਾ, ਸ਼ਬਦ ਗੁਰੂ ਸਿਧਾਂਤਕ ਗੁਰੂ ਸਾਹਿਬ ਸੱਚੀ ਸਰਕਾਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਮੁਬਾਰਕ ਚਰਨ ਛੋਹ ਪ੍ਰਾਪਤ ਕਰ ਰਹੇ ਸਤ ਸੰਗੀ ਜਦੋਂ ਪਾਵਨ ਪਵਿੱਤਰ ਅਸਥਾਨ ਸਾਹਿਬ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਤਿਨਾਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਦੇ ਦਰਸ਼ਨ ਦੀਦਾਰ ਕਰ ਰਹੇ ਹੋ ਔਰ ਬੈਠ ਕਰਕੇ ਰੱਬੀ ਬਾਣੀ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰ ਰਹੇ। ਸੋ ਆਓ ਜਿੰਨਾ ਕੁ ਸਮਾਂ ਸਹਿਬਾ ਦੀ ਗੋਦ ਅੰਦਰ ਬੈਠ ਕਰਕੇ, ਕਿਉਂਕਿ ਅੱਜ ਦਾ ਜੋ ਦਿਨ ਹੈ ਚਮਕੌਰ ਦੀ ਗੜੀ ਦੇ ਅੰਦਰ ਕਲਗੀਧਰ ਪਿਤਾ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ 40 ਸਿੰਘ ਇਸ ਜਗ੍ਹਾ ਤੇ ਸ਼ਹੀਦ ਹੁੰਦੇ ਹਨ। ਉਹਨਾਂ ਦੇ ਇਤਿਹਾਸ ਦੇ ਸੰਬੰਧ ਵਿੱਚ ਆਪਾਂ ਵਿਚਾਰ ਕਰਨੀ ਹੈ।
ਟਿਕਾਊ ਬਖਸ਼ਿਸ਼ ਕਰਨਾ, ਕਿਉਂਕਿ ਇਹ ਲਹੂ ਭਿੱਜਿਆ ਇਤਿਹਾਸ ਹੈ। ਇਸ ਇਤਿਹਾਸ ਤੋਂ ਜਾਣੂ ਹੋ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਵੀ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਤਿੰਨਾਂ ਵਰਗਾ ਤੇ ਨਹੀਂ ਬਣਾ ਸਕਦੇ, ਪਰ ਉਹਨਾਂ ਦੀ ਲੀਹ ਤੇ ਤੁਰਨ ਦੇ ਲਈ ਅਸੀਂ ਪ੍ਰੇਰਿਤ ਜ਼ਰੂਰ ਕਰ ਸਕਦੇ ਹਾਂ। ਇਸ ਲਈ ਸਤਿਗੁਰੂ ਜੀ ਕਿਰਪਾ ਕਰਨ, ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਚਮਕੌਰ ਦੀ ਗੜੀ ਦੇ ਅੰਦਰ ਜਿੰਨੇ ਇਹ ਮੁਗਲ ਸਨ, ਕਿਉਂਕਿ 10 ਲੱਖ ਦੇ ਘੇਰੇ ਦੀ ਗੱਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕੀਤੀ ਹੈ। ਅਲੱਗ-ਅਲੱਗ ਇਤਿਹਾਸਕਾਰਾਂ ਨੂੰ ਜਦੋਂ ਪੜ੍ਹਦੇ ਹਾਂ ਤੇ ਉਹਨਾਂ ਇਤਿਹਾਸਕਾਰਾਂ ਨੇ ਵੀ 10 ਲੱਖ ਫੌਜ ਦੇ ਘੇਰੇ ਦੀ ਗੱਲ ਕੀਤੀ ਹੈ। ਆਓ ਇਸ ਲਸਾਨੀ ਸ਼ਹਾਦਤ ਦੇ ਸੰਬੰਧ ਵਿੱਚ ਆਪਾਂ ਵਿਚਾਰ ਕਰ ਸਕੀਏ। ਆਪ ਸੰਗਤ ਬਖਸ਼ੋ ਅਸੀਸ, ਬਾ ਅਦਬ ਬਾ ਸਤਿਕਾਰ ਸਾਹਿਬਾਂ ਨੂੰ ਝੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਿਤਾ ਸਰਸਾ ਦੀ ਨਦੀ ਤੋਂ ਚੱਲ ਕੇ ਚਮਕੌਰ ਦੀ ਗੜੀ ਵੱਲ ਪਹੁੰਚਦੇ ਹਨ, ਜੋ ਕੱਲ ਦਾ ਦਿਨ ਲੰਘਿਆ ਹੈ। ਕਿਉਂਕਿ ਸਰਸਾ ਤੱਕ ਪਹੁੰਚਣ ਲੱਗਿਆਂ ਜਰਵਾਣਿਆਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਸਨ ਤੇ ਟਿੱਡੀ ਦਲ ਚੜ੍ਹ ਕੇ ਪਿੱਛੋਂ ਦੀ ਆ ਗਿਆ ਸੀ। ਪਿੱਛੋਂ ਆਉਣ ਵਾਲੀਆਂ ਮੁਗਲ ਫੌਜਾਂ ਦਾ ਸਾਹਮਣਾ ਕਰ ਰਹੇ ਸਨ ਭਾਈ ਉਦੇ ਸਿੰਘ, ਕਿਉਂਕਿ ਭਾਈ ਮਨੀ ਸਿੰਘ ਦੇ ਪਰਿਵਾਰ ਦੀਆਂ ਬਹੁਤ ਸ਼ਹਾਦਤਾਂ ਨੇ ਜੀ। ਭਾਈ ਉਦੇ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਫਰਜ਼ੰਦ ਨੇ, ਪੁੱਤਰ ਨੇ। ਪਿੱਛੋਂ ਆਉਣ ਵਾਲੇ ਟਿੱਡੀ ਦਲ ਨੂੰ ਇਹਨਾਂ ਨੇ ਰੋਕਿਆ। ਇਸ ਕਰਕੇ ਬਾਬਾ ਅਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਇੱਥੇ ਨਹੀਂ ਲੜਨਾ, ਜਿਸ ਜਗ੍ਹਾ ਤੇ ਤੁਸੀਂ ਸ਼ਹੀਦ ਹੋਣਾ ਉਹ ਜਗ੍ਹਾ ਕੋਈ ਹੋਰ ਹੈ, ਉਹਨਾਂ ਨੂੰ ਪਿੱਛੋਂ ਅੱਗੇ ਭੇਜ ਦਿੱਤਾ ਜਾਵੇ। ਭਾਈ ਉਦੇ ਸਿੰਘ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਨਹੀਂ ਤੁਹਾਨੂੰ ਇੱਥੇ ਲੜਨ ਦਾ, ਤੁਸੀਂ ਇੱਥੋਂ ਚੱਲੋ, ਅੱਗੇ ਪਿਤਾ ਗੁਰਦੇਵ ਨਾਲ ਚੱਲੋ। ਤਾਂ ਕਰਕੇ ਅੱਲਾ ਯਾਰ ਖਾਂ ਜੋਗੀ ਨੇ ਬਾਤ ਲਿਖੀ। ਬਾਬਾ ਅਜੀਤ ਸਿੰਘ ਕਹਿੰਦੇ ਉਹਨਾਂ ਮੁਗਲਾਂ ਨੂੰ ਵੀ ਸਾਨੂੰ ਹੁਕਮ ਨਹੀਂ ਸੀ ਇਸ ਥਾਂ ਤੇ ਲੜਨ ਦਾ, ਨਹੀਂ ਤੇ ਮਾਟੀ ਤੱਕ ਉਡਾ ਦੇਤੇ ਦੁਸ਼ਮਣ ਕੇ ਚਮਨ ਕੀ। ਜੇ ਪਿਤਾ ਗੁਰਦੇਵ ਹੁਕਮ ਕਰਦੇ ਤੇ ਸੱਚ ਹੈ ਭਾਈ ਉਦੇ ਸਿੰਘ ਨਾਲ ਲੜਦੇ ਹੋਏ ਇਹਨਾਂ ਟਿੱਡੀ ਦਲ ਦੀ ਆ ਦੁਸ਼ਮਣ ਦੀ ਮਿੱਟੀ ਵੀ ਅਸੀਂ ਉਡਾ ਦਿੰਦੇ। ਇਹਨਾਂ ਬਾਹੂਬਲ ਹੈ, ਇਹਨਾਂ ਜ਼ੋਰ ਹੈ ਬਾਹਾਂ 'ਚ। ਤੇ ਸੱਚ ਹੈ, ਯਾਦ ਰੱਖਿਓ, ਜਿੰਨਾ ਵੀ ਜ਼ੋਰ ਹੈ, ਭਾਵੇਂ ਕਿ ਠੰਡ ਜਰਨ ਦਾ ਹੈ ਛੋਟੇ ਲਾਲਾਂ 'ਚ, ਭਾਵੇਂ ਕਿ ਚਮਕੌਰ ਦੀ ਗੜੀ 'ਚ ਭੁੱਖੇ ਪਾਣੇ ਰਹਿਣ ਦਾ ਹੈ, ਭਾਵੇਂ ਤਲਵਾਰਾਂ ਵਾਹੁਣ ਦਾ ਜ਼ੋਰ ਵਿਖਾਉਣ ਦਾ ਹੈ, ਇਹ ਸਾਰੇ ਦਾ ਸਾਰਾ ਜ਼ੋਰ ਮੇਰੇ ਪਿਤਾ ਦੀ ਬਾਣੀ 'ਚੋਂ ਮਿਲਿਆ, ਇੱਥੋਂ ਮਿਲਿਆ ਹੈ। ਕਿਉਂਕਿ ਮੇਰੇ ਸਤਿਗੁਰ ਨੇ ਐਸੀ ਬਾਣੀ ਦੇ ਅੰਦਰ ਸਪਿਰਟ ਭਰੀ ਹੈ, ਬਾਣੀ 'ਚੋਂ ਸਿੱਖਾਂ ਦੇ ਅੰਦਰ ਔਰ ਉੱਥੇ ਜੂਝਣ ਵਾਲਿਆਂ ਦੇ ਅੰਦਰ, ਕਿ ਉਹ ਸਪਿਰਟ ਦੇ ਸਦਕਾ ਕਿ ਕੱਲਾ ਕੱਲਾ ਸਿੰਘ 1.25 ਲੱਖ ਨਾਲ ਲੜ ਜਾਂਦਾ ਹੈ। ਕਿਉਂਕਿ ਪੜਿਆ ਗਿਆ ਉਹਨਾਂ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਤਰੀਜੈ, ਸਿਰ ਦੀਜੈ ਕਾਂਡ ਨਾ ਕੀਜੈ। ਕਹਿੰਦੇ ਕਿਸੇ ਅਦੀਬ ਨੇ ਲਿਖਿਆ, ਉਹ ਕਹਿੰਦਾ ਮੈਂ ਸੁਣਿਆ ਕਲਗੀ ਵਾਲੇ ਦੇ ਸਕੂਲ ਅੰਦਰ, ਕਲਗੀਆਂ ਵਾਲੇ ਦੇ ਸਕੂਲ ਅੰਦਰ ਲੱਗਦੀ ਫੀਸ ਕੋਈ ਨਾ, ਪਰ ਕਹਿੰਦੇ ਜਦੋਂ ਅੰਦਰ ਜਾ ਕੇ ਵੇਖਿਆ ਪੜਨ ਵਾਲਿਆਂ ਦੇ ਧੜ ਤੇ ਸੀਸ ਕੋਈ ਨਾ। ਹੁਣ ਇਹਦਾ ਮਤਲਬ ਇਹ ਨਹੀਂ ਸੀ ਵੀ ਉਹਨਾਂ ਦੇ ਧੜ ਤੇ ਸੀਸ ਨਹੀਂ ਸੀ, ਇਹਦਾ ਮਤਲਬ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਵੀ ਜੇ ਤੂੰ ਸਿੱਖੀ ਅਪਣਾਉਣਾ ਚਾਹੁੰਦਾ ਤੇ ਸਜਣਾ ਫਿਰ ਸਿਰ ਆਪਣੀ ਤਲੀ ਤੇ ਟਿਕਾ ਕੇ ਆਉਣਾ ਪਏਗਾ। ਇੱਥੇ ਇਹ ਨਹੀਂ ਵੀ ਦੁਨੀ ਚੰਦ ਦੀ ਤਰ੍ਹਾਂ ਕਿਲਾ ਟੱਪ ਕੇ ਭੱਜ ਜਾਣਾ, ਇੱਥੇ ਤੇ ਭਾਈ ਬਚਿੱਤਰ ਸਿੰਘ ਦੀ ਤਰ੍ਹਾਂ ਸਾਹਮਣੇ ਹੋ ਕੇ ਨਾਗਣੀ ਵਾਹੁਣੀ ਪੈਣੀ ਹੈ। ਇਸ ਕਰਕੇ ਕਿਹਾ ਵੀ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇੱਥੇ ਬੁਜ਼ਦਲਾਂ ਨੂੰ ਜਗ੍ਹਾ ਨਹੀਂ,
ਇੱਥੇ ਤੇ ਉਹਨਾਂ ਮਰਜੀਵੜਿਆਂ ਨੂੰ ਜਗ੍ਹਾ ਹੈ ਜਿਹੜੇ ਤਲੀ ਤੇ ਟਿਕਾ ਕੇ ਆ ਜਾਂਦੇ ਨੇ, ਸਾਹਿਬਾ ਸੀਸ ਖਾਜਰ ਹੈ ਆਪ ਜੀ ਦੀ ਭੇਟ ਚੜਾਉਣ ਨੂੰ। ਸੱਚ ਹੈ ਜੀ, ਇਹ ਨਰੋਲ ਜਵਾਨੀਆਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟਾ ਕੀਤੀਆਂ ਨਾ, ਤੇ ਫਿਰ ਸਤਿਗੁਰਾਂ ਨੇ ਕਸਰ ਕੋਈ ਨਹੀਂ ਛੱਡੀ, ਕਿਉਂਕਿ ਪੁੱਤਰਾਂ ਨਾਲੋਂ ਵੱਧ ਪਿਆਰ ਕੀਤਾ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ, ਪੁੱਤਰਾਂ ਨਾਲੋਂ ਵੱਧ। ਕਿਉਂਕਿ ਅੱਗੇ ਮੈਂ ਜ਼ਿਕਰ ਕਰਾਂਗਾ, ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ। ਇੱਥੋਂ ਜਿਹੜੇ ਭਾਈ ਉਦੇ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ, 100 ਸਿੰਘ ਭਾਈ ਉਦੇ ਸਿੰਘ ਨਾਲ ਹੈ, 100 ਸਿੰਘ ਭਾਈ ਬਚਿੱਤਰ ਸਿੰਘ ਨਾਲ ਸਰਸਾ ਪਾਰ ਕਰਕੇ ਹੈ। ਤੇ ਜਦੋਂ ਇੱਥੋਂ ਲੰਘਦੇ ਕਨ, ਤਿੰਨ ਤਰਫ ਤੋਂ ਸਿੱਖ ਸੈਨਾ ਤੇ ਚੌਥੀ ਤਰਫ ਤੇ ਸਰਸਾ ਹੈ, ਤਿੰਨ ਤਰਫਾਂ ਤੋਂ ਸਿੱਖ ਸੈਨਾ ਨੇ ਕਵਰ ਕੀਤਾ ਹੈ। ਇਸ ਕਰਕੇ ਸਰਸਾ ਦੇ ਕੰਢੇ ਤੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ, ਨਹੀਂ ਤੇ ਟਿੱਡੀ ਦਲ ਚੜ ਕੇ ਆ ਜਾਂਦਾ, ਬਹੁਤ ਕੁਝ ਕਰਦਾ। ਪਰ ਸਤਿਗੁਰੂ ਦੀ ਕਿਰਪਾ ਵਰਤੀ, ਸਿੰਘਾਂ ਨੇ ਉਹਨਾਂ ਨੂੰ ਰੋਕੀ ਰੱਖਿਆ। ਆਸਾ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਘੋੜੇ ਤਕੇ ਲੈ ਗਏ। ਅੱਤ ਦਾ ਬਾਰਿਸ਼ ਪੈਂਦੀ ਹੈ, ਮੀਂਹ ਵਰਦਾ ਹੈ, ਵਰਦੇ ਕੋਈ ਮੀਂਹ 'ਚ ਇੰਨੀ ਠੰਡ 'ਚ ਸਰਸਾ ਨੂੰ ਪਾਰ ਕਰਦੇ ਹਨ। ਉਹ ਕੱਪੜੇ ਗਿੱਲੇ ਹੋਣਗੇ ਸਿੰਘਾਂ ਦੇ, ਕੱਪੜੇ ਗਿੱਲੇ ਹੋਣਗੇ ਸਿੰਘਾਂ ਦੇ। ਭਾਵਕ ਕਰਨ ਲਈ ਨਹੀਂ, ਇਹਨੂੰ ਕਦੀ ਆਪਣੇ ਪਿੰਡੇ ਤੇ ਖੰਡਾ ਕੇ ਵੇਖਿਓ, ਆਹ ਦਿਨਾਂ 'ਚ ਕਦੀ ਬਾਹਰ ਠੰਡ 'ਚ ਖਲੋ ਕੇ ਵੇਖਿਓ ਬਿਨਾਂ ਕੱਪੜਿਆਂ ਤੋਂ, ਜਾਂ ਕੱਪੜੇ ਗਿੱਲੇ ਕਰਕੇ ਖਲੋ ਕੇ ਵੇਖਿਓ। ਜੇ 10 ਦਿਨ ਮੰਜੇ ਤੋਂ ਉੱਠ ਕੇ ਤੇ ਤਾਂ ਕਹਿ ਦਿਓ। ਪਰ ਜਿਹੜੇ ਸਰਸਾ ਪਾਰ ਕਰਕੇ ਕੱਪੜੇ ਗਿੱਲਿਆਂ ਨਾਲ, ਚਮਕੌਰ ਦੀ ਗੜੀ ਤੱਕ ਕੱਪੜੇ ਨੇ, ਕਿੱਡਾ ਜਜ਼ਬਾ ਤੇ ਕਿੱਡਾ ਜਨੂਨ ਹੋਵੇਗਾ। ਉਹ ਕਹਿੰਦੇ ਹਨ ਇੱਕ ਤੋਂ ਇੱਕ ਅੱਗੇ ਵੱਧ ਕੇ ਅਸੀਂ ਪਿਤਾ ਜੀ ਲੜਾਂਗੇ। ਇਹ ਨਹੀਂ ਵੀ ਸਾਨੂੰ ਠੰਡ ਲੱਗਦੀ ਹੈ, ਸਾਨੂੰ ਸੀਤ ਨੇ ਝੰਜੋੜਿਆ, ਜਾਂ ਇਸ ਸਰਦੀ ਨੇ ਸਾਨੂੰ ਤੰਗ ਕੀਤਾ, ਤੇ ਪਿਤਾ ਅਸੀਂ ਕਿਵੇਂ ਦੰਦ ਤੇ ਸਾਡੇ ਦੰਦਾਂ ਨਾਲ ਵੱਜਦੇ, ਅਸੀਂ ਕਿਵੇਂ ਲੜੀਏ ਨਾ, ਇੱਕ ਤੋਂ ਇੱਕ ਅੱਗੇ ਹੋ ਕੇ ਲੜਦਾ ਹੈ। ਸਤਿਗੁਰੂ ਦੀ ਕਿਰਪਾ ਦੇ ਸਦਕਾ ਇੱਥੇ ਭਾਈ ਰੂਪ ਚੰਦ ਜਗਤ ਚੰਦ ਇਹਦੀ ਜਿਹੜੀ ਕੱਚੀ ਗੜੀ ਕਹਿੰਦੇ ਹਨ, ਇੱਥੇ ਸਤਿਗੁਰੂ ਜੀ ਪਹੁੰਚੇ ਤੇ ਬੁੱਧੀ ਚੰਦ ਰਾਵਤ ਦੀ ਗੜੀ ਦਾ ਵੀ ਜ਼ਿਕਰ ਕਰਦੇ ਆ। ਬੁੱਧੀ ਚੰਦ ਰਾਵਤ ਦੀ ਗੜੀ ਹੈ ਜਿੱਥੇ ਪਹਿਲਾਂ ਰੁਕਦੇ ਨੇ ਉਹ ਜਗਤ ਚੰਦ, ਜਿਹਨੂੰ ਅੱਜ ਦਮਦਮਾ ਸਾਹਿਬ ਕਿਹਾ ਜਾਂਦਾ ਹੈ, ਗੁਰਦੁਆਰਾ ਸਾਹਿਬ ਹੈ ਜਿੱਥੇ। ਸਾਹਿਬ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ। 40 ਸਿੰਘ ਸਤਿਗੁਰਾਂ ਦੇ ਨਾਲ, ਇਹ 2 ਸਾਹਿਬਜ਼ਾਦੇ, 5 ਪਿਆਰੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕ ਸਿੰਘ, ਭਾਈ ਸਾਹਿਬ ਸਿੰਘ, 5 ਦੇ 5 ਪਿਆਰੇ ਸਤਿਗੁਰਾਂ ਦੇ ਨਾਲ ਕਣ। 3 ਹਿੱਸਿਆਂ 'ਚ ਪਰਿਵਾਰ ਵੰਡਦਾ ਹੈ। ਇੱਕ ਹਿੱਸਾ ਹੈ ਜਿੱਧਰ ਮਾਤ ਗੁਜਰ ਕੌਰ ਜੀ, ਛੋਟੇ ਲਾਲ। ਦੂਸਰਾ ਹਿੱਸਾ ਹੈ ਭਾਈ ਮਨੀ ਸਿੰਘ, ਮਾਨ ਸਿੰਘ, ਇਤ ਆਦਿਕ ਜਿਹੜੇ ਸਿੰਘ ਨੇ ਉਹ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਨੇ ਗੁਰੂ ਕੇ ਮਹਿਲਾਂ ਨਾਲ। ਤੀਸਰਾ ਜਿਹੜਾ ਹੈ ਉਹ ਹੈ ਚਮਕੌਰ। ਚਮਕੌਰ ਪਹੁੰਚ ਕੇ ਸਤਿਗੁਰੂ ਜੀ ਇਸ ਗੜੀ ਦੇ ਅੰਦਰ ਜਦੋਂ ਪਹੁੰਚਦੇ ਨੇ ਤੇ ਆਪਣਾ ਖੰਜਰ ਕੱਢ ਕੇ ਨਾ, ਪਿਤਾ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਜਰ ਕੱਢ ਕੇ ਉੱਥੋਂ ਦੀ ਮਿੱਟੀ ਪੁੱਟਦੇ ਆ। ਮਿੱਟੀ ਪੁੱਟ ਕੇ ਤੇ ਉਹਨੂੰ ਚੂਰਾ ਕਰਦੇ ਆ, ਬਰੀਕ ਕਰਕੇ ਨਾ, ਤੇ ਫਿਰ ਸਤਿਗੁਰੂ ਜੀ ਆਪਣੇ ਹੱਥ ਦੇ ਵਿੱਚ ਲੈ ਕੇ ਫੂਕ ਮਾਰ ਕੇ ਉਡਾ ਦਿੰਦੇ ਆ। ਜਦੋਂ ਮਿੱਟੀ ਉਡਾਉਂਦੇ ਨੇ ਤੇ ਭਾਈ ਦਇਆ ਸਿੰਘ ਜੀ ਕਹਿੰਦੇ, ਸਤਿਗੁਰੂ ਜੀ ਤੁਸੀਂ ਖੰਜਰ ਨਾਲ ਮਿੱਟੀ ਪੱਟੀ, ਫਿਰ ਇਹਨੂੰ ਤੁਸੀਂ ਭੋਰਿਆ, ਫਿਰ ਇਹਨੂੰ ਉਡਾਇਆ, ਇਹ ਕੀ ਕਾਰਨ ਹੈ? ਸਾਹਿਬ ਕਹਿੰਦੇ ਹਨ ਅਸੀਂ ਪਰਖ ਕਰ ਰਹੇ ਹਾਂ ਕਿ ਇਹ ਉਹੀ ਕਿਲਾ ਹੈ, ਇਹ ਉਹੀ ਜਗ੍ਹਾ ਹੈ जिस खित्ते में हम कहते थे आना जे वही है, कल लूट के जिस जगह से जाना जे वही है, जिस जहां पे बच्चों को कटाना जे वही है, माटी कह देती है टकाना जे वही है। कहते मैं ते परख कर रहा ये ਉਹੀ जगह है जिस जगह तो कल असी लुट के चले जाना है। ते सच है सरबंस दानी पिता ने सब कुछ ही लुटा दिता साडे ते, सब कुछ लुटाया, सब कुछ सरबंसदानी ने साडे तो वारिया। ते वारन तो बाद ये गल कही सी, इन पुत्रन के सीस पर वार दिए सुत चार, चार मुए तो क्या हुआ जीवत कई हजार। साडे वल हथ करके गया सी। ये गल वखरी कि अज साडियां शक्लां बाबा अजीत सिंह नाल नहीं मिलदियां, अज साडियां शक्लां बाबा जुझार सिंह नाल नहीं मिलदियां, साडियां शक्लां ही होर बन गई, असीं शक्लों बेशक्ल हो गए। पर नहीं सिखो, बेनती है संभालो आ स्वरूप नूं,
ਸੰਭਾਲੋ ਇਸ ਸਿੱਖੀ ਨੂੰ। ਕਾਹਦੇ ਲਈ ਦਸਤਾਰਾਂ, ਕਾਹਦੇ ਲਈ ਇਹ ਸਰੂਪ, ਕਾਹਦੇ ਲਈ ਦਿੱਤੇ ਆ ਸੋਹਣੇ ਦਸਤਾਰਾਂ। ਮੈਂ ਕਹਿੰਦਾ ਲੱਖਾਂ ਦੇ ਵਿੱਚ ਬੰਦਾ ਖੜਾ ਹੋਵੇ ਤੇ ਸੱਚ ਕਹਿ ਕੱਲਾ ਸਿੰਘ ਲੱਖਾਂ ਚੋਂ ਪਹਿਚਾਨਿਆ ਜਾਂਦਾ ਜੀ। ਤਿਆਰ ਬਰ ਤਿਆਰ ਖੜਾ ਹੋਵੇ, ਸ਼ਸਤਰ ਧਾਰੀ ਹੋਵੇ, 5 ਕਕਾਰੀ ਵਰਦੀ ਦਾ ਧਾਰਨੀ ਹੋਵੇ, ਲੱਖਾਂ ਚੋਂ ਕੱਲਾ। ਕਿਉਂਕਿ ਭਾਈ ਜੇਤੇ ਨੂੰ ਪੁੱਛਿਆ ਸੀ, ਜੇਤਿਆ ਦਿੱਲੀ 'ਚ ਹੋਰ ਸਿੱਖ ਸੀਗੇ? ਤੇ ਜੇਤਾ ਕਹਿੰਦਾ ਸਾਹਿਬਾ ਹੋਣਗੇ, ਪਰ ਪਤਾ ਨਹੀਂ ਹੋਣਗੇ। ਤੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ, ਮੈਂ ਇਦਾਂ ਦਾ ਖਾਲਸਾ ਸਜਾਊਂਗਾ ਕਿ ਜੇ ਲੱਖਾਂ ਵਿੱਚ ਵੀ ਖੜਾ ਹੋਏਗਾ ਤੇ ਕੱਲਾ ਪਹਿਚਾਨਿਆ ਜਾਏਗਾ। ਅੱਜ ਸਾਨੂੰ ਇਸ ਸਰੂਪ ਤੋਂ ਅਸੀਂ ਦੂਰ ਹੋ ਗਏ। ਅਸੀਂ ਅੰਮ੍ਰਿਤਪਾਨ ਕਰਨਾ, ਸਿੱਖੀ ਧਾਰਨ ਕਰਨਾ, ਇਹਦੇ ਤੋਂ ਕੋਹਾਂ ਦੂਰ ਨਹੀਂ। ਵਾਪਸ ਪਰਤੋ ਆਪਣੇ ਘਰਾਂ 'ਚ। ਜੇ ਵਾਪਸ ਪਰਤੋਗੇ ਤੇ ਕੁਝ ਆਪਾਂ ਪ੍ਰਾਪਤ ਕਰ ਲਾਂਗੇ, ਜੇ ਵਾਪਸ ਨਾ ਪਰਤੇ ਤੇ ਆਪਣਾ ਬੇੜਾ ਡੋਬ ਲਾਂਗੇ। ਇਸ ਲਈ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਮੈਂ ਇਸ ਖਿੱਤੇ ਦੀ ਪਹਿਚਾਣ ਕਰਦਾ, ਇਹ ਉਹੀ ਹੈ ਜਿੱਥੋਂ ਕੱਲ ਨੂੰ ਲੁੱਟ ਕੇ ਚਲੇ ਜਾਣਾ ਹੈ, ਜਿੱਥੋਂ ਆਪਣੇ ਲਾਲਾਂ ਨੂੰ ਵਾਰ ਕੇ ਚਲੇ ਜਾਣਾ ਹੈ। ਇਹ ਉਹੀ ਜਗ੍ਹਾ ਹੈ, ਮਾਟੀ ਕਹਿ ਦੇਤੀ ਹੈ ਟਿਕਾਣਾ ਜੇ ਬਕੀ। ਕਹਿੰਦੇ ਫਿਰ ਇਸ ਜਗ੍ਹਾ ਤੇ ਰਾਤ ਪਈ। ਜਦੋਂ ਰਾਤ ਪਈ, ਭੁੱਖਣ ਪਾਣੇ ਸਿੰਘ ਸਨ, ਕਿਤੇ 8 ਮਹੀਨਿਆਂ ਦਾ ਜੀ ਘੇਰਾ, ਤੇ ਵੈਰੀ ਦਲ ਨੇ ਪਾਣੀ ਵੀ ਅੰਦਰੋਂ ਬੰਦ ਕਰ ਦਿੱਤਾ ਹੈ, ਸਭ ਕੁਝ ਬੰਦ ਕਰ ਦਿੱਤਾ। ਕਵੀ ਸੈਨਾਪਤੀ ਇਹ ਬਾਤ ਲਿਖਦਾ, ਉਹ ਕਹਿੰਦਾ ਵੀ 4 ਸਿੰਘ ਪਾਣੀ ਕੋ ਜਾਵੇਂ, 2 ਜੂਝੈਂ, 2 ਪਾਣੀ ਲਿਆਵੇਂ। 4 ਸਿੰਘ ਪਾਣੀ ਲਈ ਜਾਂਦੇ ਨੇ, 2 ਲੜਾਈ ਕਰਦੇ ਨੇ ਤੇ 2 ਪਾਣੀ ਲੈ ਕੇ ਵਾਪਸ ਆਉਂਦੇ ਨੇ। ਕਿਉਂਕਿ ਪਾਣੀ ਵੀ ਕਿਤੇ ਕਿੰਨਾ ਕੁ ਲੈ ਕੇ ਆਉਂਦੇ ਹੋਣਗੇ, ਪੀਣ ਲਈ 2-2 4-4 ਘੁੱਟਾਂ, ਕਿਤੇ ਮਨਾ ਮੂੰਹ ਪਾਣੀ ਥੋੜਾ 2 ਸਿੰਘਾਂ ਨੇ ਲੈ ਆਉਣਾ ਸੀ। ਸਿਰਫ ਉਹਨਾਂ ਕੁ ਪਾਣੀ 5 ਕਿਲੋ 10 ਲੀਟਰ, ਇੰਨਾ ਕੁ ਕਹਿ ਲਓ, 5 ਲੀਟਰ 10 ਲੀਟਰ, ਉਹ ਪਾਣੀ ਵੀ ਘੁੱਟ-ਘੁੱਟ ਮਿਲਦਾ ਹੋਏਗਾ ਕਿਉਂਕਿ ਅੰਦਰ ਸਿੰਘ ਜ਼ਿਆਦਾ ਨੇ। ਪਾਣੀ ਲੈਣ ਦੇ ਲਈ ਵੀ ਲੜਾਈ ਕਰਨੀ ਪੈਂਦੀ ਏ। 2 ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ 2 ਪਾਣੀ ਲੈ ਕੇ ਆਉਂਦੇ ਨੇ। ਇਸ ਕਰਕੇ ਭੁੱਖਣ ਭਾਣੇ ਸਿੰਘ, ਕੱਪੜੇ ਗਿੱਲੇ ਨੇ, ਬਾਰਿਸ਼ ਵੀ ਪੈਂਦੀ ਹੈ, ਤੇ ਇਸ ਜਗ੍ਹਾ ਦੇ ਉੱਪਰ ਰਾਤ ਜਦੋਂ ਕੱਟਣ ਲੱਗਦੇ ਨੇ, ਅੱਲਾ ਯਾਰ ਖਾਂ ਜੋਗੀ ਕਹਿੰਦਾ, ਕੁਝ ਲੇਟ ਗਏ ਖਾਕ ਪੇ ਜੀ ਪੋਸ਼ ਵਜਾ ਕਰ। ਕਹਿੰਦੇ ਕਣ ਖਾਕ ਦੇ ਉੱਪਰ ਲੇਟ ਗਏ, ਘੋੜਿਆਂ ਦੀਆਂ ਕਾਠੀਆਂ ਦੇ ਥੱਲੇ ਜਿਹੜਾ ਕੱਪੜਾ ਹੁੰਦਾ ਜੀ, ਉਹਨੂੰ ਜੀ ਪੋਸ਼ ਕਹਿੰਦੇ ਆ। ਕੁਝ ਲੇਟ ਗਏ ਖਾਕ ਪੇ ਜੀ ਪੋਸ਼ ਵਜਾ ਕਰ, ਉਹਨਾਂ ਨੇ ਕੱਪੜੇ ਵਿਛਾਏ ਤੇ ਉਸ ਜਗ੍ਹਾ ਦੇ ਉੱਪਰ ਲੇਟ ਗਏ ਸਿੰਘ। ਪਹਿਰਾ ਲੱਗੇ ਦੇਨੇ, ਕੁਝ ਤਲਵਾਰ ਉਠਾ ਕਰ, ਤੇ ਕੁਝ ਸਿੰਘ ਜਿਹੜੇ ਸਨ ਉਹ ਪਹਿਰੇ ਤੇ ਲੱਗ ਗਏ। ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ ਤਲਵਾਰ ਉਠਾ ਕੇ ਪਹਿਰਾ ਦਿੰਦੇ ਆ। ਮੈਂ ਅੱਗੇ ਜ਼ਿਕਰ ਕਰਾਂਗਾ ਵੀ ਕੱਲਾ ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ ਨਹੀਂ, ਇਹਨਾਂ ਤੋਂ ਬਾਅਦ ਹੋਰ 2 ਸਿੰਘਾਂ ਦੀ ਡਿਊਟੀ ਲੱਗਦੀ, ਭਾਈ ਸ਼ੇਰ ਸਿੰਘ, ਭਾਈ ਨਾਰ ਸਿੰਘ ਦੀ, ਇਹ ਵੀ ਪਹਿਰਾ ਦਿੰਦੇ ਆ। ਹੁਣ ਪਹਿਰਾ ਲੱਗੇ ਦੇਨੇ, ਕੁਝ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬਬਾਸ਼ ਹੋਏ ਖੇਮੇ ਮੇ ਜਾ ਕਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਅੰਦਰ ਚਲੇ ਗਏ ਵੀ ਮੈਂ ਵੀ ਆਰਾਮ ਕਰਾਂ। ਪਰ ਕਹਿੰਦੇ ਸਿੱਖਾਂ ਨੂੰ ਲੱਗਿਆ ਕਿ ਕਲਗੀਧਰ ਪਾਤਸ਼ਾਹ ਆਰਾਮ ਕਰ ਰਹੇ ਨੇ, ਆਰਾਮ ਕਰਦੇ ਹੋਣਗੇ। ਪਰ ਕਹਿੰਦੇ ਦੇਖਾ ਤੋ ਬੈਠੇ ਤੇ ਵਾਂ ਗਰਦਨ ਝੁਕਾ ਕਰ। ਜਦੋਂ ਵੇਖਿਆ ਆਰਾਮ ਨਹੀਂ ਕਰ ਰਹੇ, ਸਤਿਗੁਰੂ ਜੀ ਗਰਦਨ ਝੁਕਾ ਕੇ ਬੈਠੇ ਕਰ। ਕੀ ਕਹਿ ਰਹੇ ਨੇ? ਵਾਹਿਗੁਰੂ ਵਾਹਿਗੁਰੂ ਥਾ ਮੂੰਹ ਸੇ ਨਿਕਲਤਾ। ਕਲਗੀ ਵਾਲੇ ਪਾਤਸ਼ਾਹ ਬੈਠੇ ਵਾਹਿਗੁਰੂ ਦਾ ਸਿਮਰਨ ਕਰ ਰਹੇ ਨੇ। ਅੱਲਾ ਯਾਦ ਰੱਖਾਂ ਜੋਗੀ ਕਿ ਸਤਿਗੁਰੂ ਜੀ ਬੈਠੇ ਵਾਹਿਗੁਰੂ ਵਾਹਿਗੁਰੂ ਥਾ ਮੂੰਹ ਸੇ ਨਿਕਲਤਾ ਹੈ, ਤू ही तू है था मुंह से निकलता। हे करतार तू है, तू ही दी रट कदी पटने दी धरती ते लाई, तू ही दी रत अज गड़ी चमकौर दी विच लग रही है। याद रखियो, कहंदे आ भी भावें टिड्डी दल चढ़ के आउंदा है, पिता गुरदेव सरसा दे कंडे ते बह के भी आसा की वार दा कीर्तन करदे। मैं आरंभता च बेनती कीती सी भी बाणी तो बिना कुछ नहीं जे बाणी है ते सब कुछ है। जागो जलाल, ए जनून, ए सबर, ए संतोख, ए वीरता, ए सूरमताई तां है साडे च जे साडे कोल पिता गुरदेव दी बाणी है। बाणी करके आ जी, इस करके सतगुरां ने इत्थे बैठ के करतार दा नाले शुक्र कीता, नाले रात इत्थे वाहिगुरू दा सिमरन कीता। जदों कहंदे कन अद्धा कुछ समा गुजरिया, जब 1.5 घड़ी रात गुजरी
ਜ਼ਿਕਰ ਖੁਦਾ में ਕਰਤਾਰ ਦਾ ਖੁਦਾ ਦਾ ਸ਼ੁਕਰ ਕਰਦੇ ਆ। ਜਦੋਂ ਡੇਢ ਘੜੀ ਗੁਜ਼ਰ ਗਈ ਨਾ, ਹੁਣ ਨੀਂਦ ਕਿੱਥੇ ਆਉਂਦੀ ਹੈ? ਪਤਾ ਕੱਲ ਸਾਰੇ ਖਾਲਸੇ ਨੇ ਨਿਸ ਤੋਂ ਨਬੂਦ ਗੋਣਾ, ਇੱਥੇ ਸ਼ਹਾਦਤ ਦਾ ਜਾਮ ਪੀਣਾ, इस करके नींद नहीं। कहते जब 1.5 घड़ी रात गुजरी जिक्र खुदा में, खेमे से बाहर आए सरकार हवा में, कदमों से टहलते थे लेकिन दिल था दुआ में। बाहर सतगुरु जी टहलते ने, भाई मदन सिंह भाई काठा सिंह कहते सतगुरु जी तुसी ते आराम करन लई आराम फरमाउण लई गए सो। साहब कहते सिखो आराम किथे, चैन किथे आ? चैन नहीं आउंदा। जब 1.5 घड़ी रात गुजरी जिक्र खुदा में, खेमे से निकले सरकार हवा में, कदमों से टहलते थे लेकिन दिल था दुआ में। बोले करतार, बोले खुदाबंद खुश हूं तेरी रजा में, करतार से बोले गोया रूबरू होकर, कल जाऊंगा चमकौर से सुरखरू होकर। कल इस चमकौर तो मैं सुरखरू होके चले जाना है। ਹੁਣ ਭਾਈ ਮਦਨ ਸਿੰਘ ਤੇ ਕਾਠਾ ਸਿੰਘ ਨੂੰ ਕਿਹਾ ਵੀ ਅੱਜ ਤੁਸੀਂ ਵੀ ਆਰਾਮ ਕਰ ਲਓ, ਪਹਿਰਾ ਅੱਜ ਅਸੀਂ ਦਾਂਗੇ। ਤੇ ਉਹ ਕਹਿੰਦੇ ਸਤਿਗੁਰੂ ਜੀ ਵੀ ਅੱਜ ਤੇ ਅਸੀਂ ਪਹਿਰੇ ਤੇ ਲੱਗੇ ਹੀ ਆ, ਤੁਸੀਂ ਜਾਓ, ਤੁਸੀਂ ਜਾ ਕੇ ਆਰਾਮ ਕਰ ਲਓ। ਇੰਨਾ ਸਫ਼ਰ ਕੀਤਾ ਤੈਅ, ਕਿੱਦਾਂ ਦੇ ਹਾਲਾਤਾਂ 'ਚ ਗੁਜ਼ਰ ਕੇ ਆਏ ਆ। ਨਹੀਂ ਸਤਿਗੁਰਾ ਤੁਸੀਂ ਆਰਾਮ ਕਰੋ, ਅਸੀਂ ਪਹਿਰਾ ਦਾਂਗੇ। ਸਾਹਿਬ ਕਹਿੰਦੇ ਨਹੀਂ ਕੱਲ ਕਿੰਨੇ ਵੇਖੀਏ, ਕਿਉਂਕਿ ਕਲਗੀ ਵਾਲੇ ਪਾਤਸ਼ਾਹ ਨੂੰ ਦਿਸ ਰਿਹਾ ਸੀ ਵੀ ਕੱਲ ਤੇ ਇਸ ਜਗ੍ਹਾ ਤੋਂ ਚਲੇ ਜਾਣਾ। इसलिए साहब कहते तुसी सिखो आराम करो, अज पैरा मैं दवांगा, अज रात मैं कटांगा, तुसी भी थके हो टुटे हो, इस करके अज तुसी आराम करो। कलगियां वाले पातशाह जी पैरा देन लगे, ते पैरा देंदे आ ना सतगुरु जी अल्लाह यार खां जोगी कहंदा भी साहब सच्चे पातशाह ने अपने बच्चों के सिरां नूं उठाया, अपने बच्चों के सिरां नूं उठाया, गोदी विच लिया, बड़ा प्यार किया। ते क्या सतगुरा ने सोए हुए बच्चों के कहा सिर को पकड़ कर, कल चल दोगे अब्बा को मुसीबत में जकड़ कर। कहते कल तुसी चले जाना है, थी जिंदगी लिखी किस्मत ने उजड़ कर, मिलने का वादा तो किए जाए बिछड़ कर। थे 4 अब 2 शहर जे भी ना होंगे, मैं शुक्र करूंगा अगर जे भी ना होगे। 4 सन सतगुरा ने बख्शे, पर 4 दी थां अज मेरे कुल जिगर दे टुकड़े सिर्फ 2 ने। 2 विछड़ गए, 2 खन कलगी वाले पातशाह कोल, पर दोवां नूं भी अपनी गोद च लैके पता है इस गल दा भी कल चमकौर दी गड़ी विच बाबा अजीत सिंह ने शहादत दा जाम पी जाना। कल जुझार ने चमकौर दी गड़ी विच शहादत दा जाम पी जाना है, ते अपनी गोद विच लैके कहंदे कन मैं शुक्र करूंगा। मैं कहना किड्डा वड्डा जेड़ा होएगा कलगियां वाले पातशाह दा, किड्डा जिगरा होएगा सतगुरां दा भी अपने पुत्रां नूं वेखो जी, साडे भी पुत्र ने, साडे भी बच्चे ने। मैं सवेरे भी रकाबगंज जिक्र कीता सी भी जे बच्चा साडा विदेश जांदा ना, एक मां नूं पुछ के वेखो, एक प्यो नूं पुछ के वेखो, एक मां नूं एक प्यो नूं पुछ के वेखो, जफियां पा पा के मिलदे रोंदे आ भी साडा पुत्र विदेश च, ये पता भी जिंदा ही है ना, ते विदेश जाके उन्हें कमाई करनी है। पता है भी अजकल तो वीडियो कॉल हो जाती, घंटा घंटा लगा रहिंदा बंदा, 2-2 घंटे बच्चों नाल गलबात करते हैं। पर उस कलगीधर पातशाह का जिक्रा वेखो जिन्हों ये पता है कि कल मेरे पुत्रां ने मेरे कोल रहना नहीं, मेरे कोल नहीं रहना, पर उन्होंने प्यार करते हैं सतगुरु, ते प्यार करते हुए कहते है बात कि थे 4 अब 2 शहर जे भी ना होंगे, मैं शुक्र करूंगा अगर जे भी ना होंगे। भी करतार तेरा मैं शुक्र करांगा। किड्डा वड्डा जेरा है कलगियां वाले पातशाह दा। ते फिर ओदा मालक दा शुक्रियाना करदे कहंदे आ साहबा मैं तेरा हूं, जे बच्चे भी मेरे तेरे हैं मौला, ये बच्चे भी तेरे ने, तू बख्शिश कीते ने, थे तेरे हैं तेरे रहेंगे तेरे दाता, जिस हाल में रखें वो हाल है अच्छा। जो शुक्र आने का जुबान पे नहीं शिकवा, सतगुरां दे मन च कोई शिकवा नहीं, सतगुरु जी कोई शिकवा नहीं करते। ते कहंदे कन
खालसा जी लेटे हुए हैं, खालसा जी आज जमी पर, हमें कैसे चैन आए शह नशी पर। ਜਿਹੜਾ ਸਿੰਘਾਂ ਨੇ ਕੱਪੜੇ ਇਕੱਠੇ ਕਰਕੇ ਸਤਿਗੁਰਾਂ ਦਾ ਆਸਣ ਬਣਾਇਆ ਨਾ, ਕਲਗੀਧਰ ਪਾਤਸ਼ਾਹ ਦਾ ਕੱਪੜੇ ਇਕੱਠੇ ਕਰਕੇ, ਵੈਸੇ ਸ਼ਹਿ ਨਸ਼ੀ ਜਿਹੜਾ ਨਾ ਉਹ ਜਿਹੜਾ ਬਹੁਤ ਹੀ ਵਧੀਆ ਕਹਿ ਲਓ ਵੀ ਮੁਗਲ ਸਮਰਾਟ ਜਿਹੜੇ ਹੁੰਦੇ ਸਨ ਉਹਨਾਂ ਦੀ ਸ਼ਹਿ ਨਸ਼ੀ ਹੁੰਦੀ ਸੀ। ਉਹ ਤਖਤ ਦੇ ਉੱਪਰ ਬਹਿੰਦੇ ਸਨ, ਉਹ ਮਖਮਲੀ ਗੱਦੇ ਲਾ ਕੇ, ਉਹਨੂੰ ਕਹਿੰਦੇ ਨੇ ਸ਼ਹਿ ਨਸ਼ੀ। ਪਰ ਇੱਥੇ ਸ਼ਹਿ ਨਸ਼ੀ ਦਾ ਮਤਲਬ ਉਹ ਨਹੀਂ, ਇੱਥੇ ਤੇ ਜਿਹੜੇ ਬਚੇ ਖੁਚੇ ਕੱਪੜੇ ਨੇ ਸਿੰਘਾਂ ਕੋਲ ਉਹਨਾਂ ਨੂੰ ਵਿਛਾ ਕੇ ਕਲਗੀਧਰ ਪਾਤਸ਼ਾਹ ਦਾ ਆਸਣ ਬਣਾਇਆ। ਕਹਿੰਦੇ ਹਮੇ ਕੈਸੇ ਚੈਨ ਆਏ ਸ਼ਹਿ ਨਸ਼ੀ ਪਰ, ਸਾਨੂੰ ਚੈਨ ਨਹੀਂ ਆਉਂਦਾ, ਸਿੰਘੋ ਤੁਸੀਂ ਆਰਾਮ ਕਰ ਲਓ, ਅੱਜ ਪਹਿਰਾ ਅਸੀਂ ਦਾਂਗੇ। ਸਤਿਗੁਰਾਂ ਨੇ ਸਾਰੀ ਰਾਤ ਕਹਿੰਦੇ ਸਿੰਘ ਜਿਹੜੇ ਸਨ ਸੁੱਤੇ, ਉਹਨਾਂ ਦੇ ਸਤਿਗੁਰੂ ਜੀ ਕਦੀ ਪਰਨੇ ਸਿੱਧੇ ਕਰਦੇ, ਕਦੀ ਉਹਨਾਂ ਦੇ ਕੱਪੜੇ ਸਿੱਧੇ ਕਰਦੇ, ਬੜਾ ਪਿਆਰ ਜਤਾਉਂਦੇ ਕਲਗੀਧਰ ਪਾਤਸ਼ਾਹ। ਪਏ ਹੋਏ ਛਾਲੇ ਜਿਹੜੇ ਨੇ, ਇੱਥੋਂ ਤੱਕ ਲਿਖਿਆ ਅੱਲਾ ਯਾਰ ਅੱਖਾਂ ਜੋਗੀ ਨੇ, ਕਹਿੰਦੇ ਜਬ 35 ਆਏ, ਕਹਿੰਦੇ ਚੂਮਾ ਕਵੀ ਹਲਕੂਮ ਦਹਿਣ ਚੂਮਨੇ ਬੈਠੇ। ਕਲਗੀਧਰ ਪਾਤਸ਼ਾਹ ਨੇ ਮੱਥੇ ਚੁੰਮੇ ਉਹਨਾਂ ਸਿੰਘਾਂ ਦੇ, ਸੁੱਤੇ ਹੋਇਆਂ ਦੇ ਮੱਥੇ ਚੁੰਮੇ। ਮੱਥੇ ਚੁੰਮਣ ਤੋਂ ਬਾਅਦ ਕਹਿੰਦੇ ਦਹਿਣ ਚੂਮਨੇ ਬੈਠੇ, ਜਬ 35 ਆਏ ਤੋ ਚਰਨ ਚੂਮਨੇ ਬੈਠੇ। ਜਦੋਂ ਸਤਿਗੁਰੂ ਜੀ ਸਰਹੰਦਾਂ ਤੋਂ ਪੈਂਦੀ ਵਾਲੇ ਪਾਸੇ, 35 ਦਾ ਮਤਲਬ ਪੈਂਦੀ, ਪੈਂਦੀ ਵਾਲੇ ਪਾਸੇ, ਪੈਰਾਂ ਵਾਲੇ ਪਾਸੇ, ਜਦੋਂ ਪੈਰਾਂ ਵਾਲੇ ਪਾਸੇ ਆਏ ਸਤਿਗੁਰੂ ਕਲਗੀਧਰ ਪਾਤਸ਼ਾਹ, ਤੇ ਸਾਹਿਬ ਸੱਚੇ ਪਾਤਸ਼ਾਹ ਨੇ ਸਿੰਘਾਂ ਦੇ ਚਰਨ ਚੁੰਮੇ ਜੀ। ਹੁਣ ਇਹਨੂੰ ਇਸ ਗੱਲ ਨੂੰ ਵੀ ਜੇ ਵਿਵਾਦ 'ਚ ਲੈਣਾ ਤੇ ਬੰਦਾ ਕਹਿੰਦਾ ਜੀ ਲਓ ਜੀ ਸਿੰਘਾਂ ਦੇ ਚਰਨ ਕਿਵੇਂ ਚੁੰਮੇ, ਜਦੋਂ ਰੱਬੀ ਬਾਣੀ 'ਚ ਇਹ ਬਾਤ ਲਿਖੀ ਹੈ। ਕੀ ਕਹਿੰਦੇ ਸਤਿਗੁਰੂ ਜੀ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦਦਾਰ ਕੇ, ਵਿਸਰਿਆ ਜਿਨਾ ਨਾਮ ਤੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ ਤੇ, ਤਨ ਧਨ ਜੰਨੇ ਦੀ ਮਾਉ ਆਏ ਸਫਲ ਸੇ, ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨਾ ਪਛਾਤਾ ਸੱਚ। ਕੀ ਕਿਹਾ ਫਿਰ, ਚੁੰਮਾ ਪੈਰ ਮੂੰਹ, ਕਹਿੰਦੇ ਕਨ ਉਹਨਾਂ ਨੂੰ ਚੁੰਮਿਆ ਜੀ, ਉਹਨਾਂ ਦੇ ਪੈਰ ਚੁੰਮੇ ਜੀ ਕਲਗੀਧਰ ਪਾਤਸ਼ਾਹ ਨੇ। ਚੁੰਮਾ ਪੈਰ ਮੂੰਹ, ਰੱਬੀ ਬਾਣੀ 'ਚ ਜ਼ਿਕਰ ਆਇਆ ਨਾ, ਜਿੰਨਾ ਪਛਾਤਾ ਪਰ ਸੱਚ ਦੀ ਗੱਲ ਹੈ। ਤੇ ਤੁਹਾਨੂੰ ਕੀ ਲੱਗਦਾ ਜਿਹੜੇ 40 ਆਏ ਸਨ ਉਹ ਸੱਚ ਪਛਾਣਨ ਵਾਲੇ ਸਨ? ਉਹ ਆਏ ਇਸੇ ਕਰਕੇ ਸਨ, ਪਾਰ ਕਰਕੇ ਸਰਸਾ, ਵੀ ਸਤਿਗੁਰੂ ਜੀ ਜਿਸ ਪਿਆਰੇ ਸੋਨੇ ਤਿਸ ਆਗੇ ਮਰ ਚਲੀਐ, ਤਿਨ ਧਨ ਜਨੇ ਦੀ ਮਾਉ, ਜਿਸ ਪਿਆਰੇ ਸੋਨੇ ਤਿਸ ਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੈ ਜੀਵਨਾ। ਕਹਿੰਦੇ ਤੇਰੇ ਤੋਂ ਬਗੈਰ ਜੀਣਾ ਤੇ ਤ੍ਰਿਗ ਹੈ, ਤੇਰੇ ਅੱਗੇ ਹੋ ਕੇ ਮਰ ਜਾਈਏ ਇਹ ਸਫਲ ਹੈ। ਸਾਹਿਬ ਸੱਚੇ ਪਾਤਸ਼ਾਹ ਗੜੀ ਚਮਕੌਰ ਦੀ ਟਿੱਡੀ ਦਲ ਵੱਧ ਆ ਰਿਹਾ। ਆਪਾਂ 10 ਲੱਖ ਘੇਰੇ ਦੀ ਗੱਲ ਕਰਦੇ ਆ ਨਾ ਜੀ, ਇਹਦੇ 'ਚ ਕੀਮਤੀ ਜਰਨੈਲ ਨੇ ਔਰੰਗਜ਼ੇਬ ਦੇ, ਕੀਮਤੀ, ਜਿਨ੍ਹਾਂ ਦੇ ਵਿੱਚੋਂ ਵਜ਼ੀਰ ਖਾਂ ਹੈ ਸੂਬਾ ਸਰਹੰਦ, ਜਿਨ੍ਹਾਂ ਦੇ ਵਿੱਚੋਂ ਰੁਸਤਮ ਖਾਨ ਹੈ, ਦਿਲਾਵਰ ਖਾਨ ਹੈ ਜੰਮੂ ਦਾ, ਜਿਨ੍ਹਾਂ ਦੇ ਵਿੱਚੋਂ ਨਾਰ ਖਾਂ ਹੈ, ਸ਼ੇਰ ਮੁਹੰਮਦ ਖਾਂ ਹੈ, ਆਲਮ ਖਾਂ ਹੈ, ਜਿਨ੍ਹਾਂ ਦੇ ਵਿੱਚੋਂ ਬਹੁਤ ਵੱਡੇ ਵੱਡੇ ਜਰਨੈਲ ਨੇ, ਤੇ ਸਾਰੇ ਦੇ ਸਾਰੇ ਹਿਆਤ ਖਾਂ ਹੈ, ਹਿਆਤ ਖਾਂ ਹੈ। ਇਹ ਸਾਰੇ ਜਰਨੈਲ, ਕਿਉਂਕਿ ਇਹਨਾਂ ਦੇ ਵੀ ਅੱਗੋਂ ਨਾਂ ਸਨ, ਕਿਸੇ ਨੂੰ ਔਰੰਗਜ਼ੇਬ 5 ਹਜ਼ਾਰੀ ਕਹਿੰਦਾ ਸੀ, ਕਿਸੇ ਨੂੰ 1 ਹਜ਼ਾਰੀ ਕਹਿੰਦਾ ਸੀ, ਅਲੱਗ ਅਲੱਗ ਫੌਜਾਂ ਦਿੱਤੀਆਂ ਹੋਈਆਂ ਸਨ, ਇਨਾਮ ਵੀ ਸਨ, ਖਿਤਾਬ ਵੀ ਸਨ ਇਹਨਾਂ ਦੇ ਨਾਮ ਤੇ ਲੱਗੇ ਹੋਏ। ਦੂਜੇ ਪਾਸੇ 40 ਸਿੰਘ ਨੇ। ਜਦੋਂ 2-2 ਸਿੰਘਾਂ ਦਾ ਜਥਾ ਭੇਜਿਆ ਤੇ 2-2 ਸਿੰਘ ਵੀ 1.25 ਲੱਖ ਨਾਲ ਇੱਕ ਲੜਦਾ ਹੈ, ਇੱਕ ਸਿੰਘ 1.25 ਲੱਖ ਨਾਲ ਲੜਦਾ ਹੈ। ਕਿਉਂਕਿ ਕਲਗੀਧਰ ਪਾਤਸ਼ਾਹ ਨੇ ਐਵੇਂ ਨਹੀਂ ਸੀ ਕਿਹਾ ਸੀ ਵੀ ਤਬੈ ਗੋਬਿੰਦ ਸਿੰਘ ਨਾਮ ਕਹਾਊਂ, 1.25 ਲੱਖ ਸੇ ਇੱਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਜਦੋਂ ਪਹਿਰਾ ਦਿੰਦੇ ਨੇ ਗੇਟ ਤੇ ਭਾਈ ਮਦਨ ਸਿੰਘ, ਕਾਠਾ ਸਿੰਘ, ਇਹਨਾਂ ਨੂੰ ਜਦੋਂ ਖਤਮ ਕਰ ਦਿੱਤਾ ਗਿਆ, ਫਿਰ 2 ਸਿੰਘ ਹੋਰ ਪਹਿਰੇ ਤੇ ਗਏ, ਜਿਨ੍ਹਾਂ ਦਾ ਮੈਂ ਜ਼ਿਕਰ ਕਰ ਦਿੱਤਾ, ਭਾਈ ਸ਼ੇਰ ਸਿੰਘ ਤੇ ਭਾਈ ਨਾਰ ਸਿੰਘ। ਇਹ ਵੀ ਸਤਿਗੁਰਾਂ ਦੇ ਦਰਬਾਰ ਵਿੱਚ ਲੰਮੇ ਅਰਸੇ ਤੋਂ ਸੇਵਾ ਕਰਦੇ ਸਨ। ਇਹਨਾਂ ਤੋਂ ਬਾਅਦ ਫਿਰ ਭਾਈ ਮਣੀ ਸਿੰਘ ਦੇ ਪਰਿਵਾਰ ਦੇ 2 ਪੁੱਤਰ ਪਹਿਲਾਂ ਸ਼ਹੀਦ ਹੋ ਗਏ, ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਹੁਣ ਇੱਥੇ ਇਹਨਾਂ ਦੇ ਬੱਚੇ ਭਾਈ ਅਨਕ ਸਿੰਘ, ਇਹ ਵੀ ਭਾਈ ਮਣੀ ਸਿੰਘ ਦਾ ਪੁੱਤਰ ਹੈ, ਭਾਈ ਅਜਬ ਸਿੰਘ, ਇਹ ਵੀ ਭਾਈ ਮਣੀ ਸਿੰਘ ਦਾ ਪੁੱਤਰ ਹੈ, ਭਾਈ ਅਜੈਬ ਸਿੰਘ, ਇਹ ਵੀ ਭਾਈ ਮਣੀ ਸਿੰਘ ਦਾ ਪੁੱਤਰ ਹੈ।
ये भी इस जगह ते शहादत का जाम पींदे आ। भाई दान सिंह परमार, क्योंकि परमार परिवार है इन्हां दा 911 ईस्वी विच, इन्हां दा पुरखा 911 ईस्वी च भाई मनी सिंह होरां दा बजुर्ग पुरखा भाई सातल सिंह, सातल नाम है उहदा, उन्हें राज किया 911 च। इन्हां दा फिर अगों परिवार चलदा आ रहा। भाई बल्लू दी अंश वंश दे विचों है परिवार। भाई बल्लू गुरु हरगोबिंद पातशाह दी जंग दी, अमृतसर दी जंग दा शहीद है जी, याद रखियो। क्योंकि मैं तां कहना भी इतिहास लिखण वाला भी, पढ़न वाला भी, सुनन वाला भी, ये नहीं भी इधरों सुन के गए तो दूजे पासों कढ़ दिता। बहुती गल है भी असीं पढ़ते ही नहीं, बहुता पढ़ते ही नहीं, असीं सानू नहीं पता। भाई मनी सिंह दे परिवार विचों इन्हां दा पुत्र अनक सिंह, अजब सिंह, अजैब सिंह ये शहीद। भाई दान सिंह जिहड़ा भाई मनी सिंह दा छोटा भरा है, भाई बल्लू दा पोतरा है, ते भाई माई दास दा पुत्र है, ये भी इस जंग दा शहीद है। फिर अगे मैं गल करां, भाई देवा राम सी, क्योंकि 5 प्यारियां नूं पहला अमृत छकाया, 5 प्यारियां तो बाद जिन्हें 6वें नंबर ते कह लो पौल लई, 5 होर उन्हां नूं 5 मुक्ते कहा जाता है। जिहड़े बाद विच 5 ने पौल लई खंडे दी, उन्हां नूं 5 मुक्ते कहा जाता है। ये सन भाई देवा राम, पहला इन्हां दा नाम की सी देवा राम। जिदन विसाखी ते अमृतपान किया ते देवा सिंह बन गए। रामचंद सी, राम सिंह बनया। टहलदास सी, टहल सिंह बनया। ईश्वरदास सी, ईश्वर सिंह बनया। फतेह दास सी ते फतेह सिंह बनया। ये 5 मुक्ते ने जी, ये भी 5 मुक्ते इस चमकौर दी जंग दे शहीद ने। चमकौर दी जंग दे ये भी शहीद ने। फिर आलम सिंह है, भाई आलम सिंह अगों उन्हां दे परिवार विचों 3 होर शहीद ने। इदां जदों 40 दी गल करांगे तो लम्मा समा हो जाएगा, पर खैर जिन्नी को आपां जानकारी ते होर भी वाधू है, पर चलो आपां इधर आइए भी अज की होया। चमकौर सतगुरां ने पहले नंबर ते कहंदे आ, डॉक्टर सुखप्रीत सिंह उदोकिया ने जिक्र किया, वो कहंदे भी हिम्मत सिंह जी आए, सतगुरु जी मैं चाहुंदा कि जंग दे मैदान विच इन्हां जरवाणियां नाल लोहा लवां। साहिबां ने तैयार किया। भाई हिम्मत सिंह दी ते गुरु गोबिंद सिंह जी दी उम्र जिहड़ी हम उम्र ने, ये 17 साल की उम्र च आनंदपुर साहिब की धरती ते आए सन, ते 44 साल की उम्र च चमकौर की गढ़ी च शहादत का जाम पीता। 44 साल की उम्र विच जिहड़ा है शहादत का जाम पीता चमकौर की गढ़ी के अंदर भाई हिम्मत सिंह होरां ने। भाई हिम्मत सिंह सतगुरां दे कोल आउंदे आ, 5 सिंघां दा जत्था भेजिया जाता है। भाई हिम्मत सिंह लड़ते हुए इस चमकौर की जंग में शहादत का जाम पींदे हज़ारां ही लखां दे आकू लाउंदे आ। उस तो बाद साहिब सिंह, मोहकम सिंह, ये प्यारे 3 प्यारे 5 प्यारियां चों चमकौर की जंग के शहीद ने। ये 3 प्यारे इस जगह ते शहादत का जाम पींदे आ। नार सिंह चढ़ के आउंदा है। सतगुरु कलगियां वाले पातशाह एक तीर नार खां नूं माफ करना, नार खां नूं सतगुरु जी एक तीर बख्श दिया। नार खां शेर मुहम्मद खां दा जिहड़ा है भरा है, जिन्हें हाँ का नारा मारिया सी, उहदा ये भरा है। एक खिजर खां है, ये भी इस चमकौर की जंग विच ये भी इहदा भरा है। हुण ये जदों चढ़ के आया, नार खां नूं एक तीर बख्शिया। तो मैं जिक्र करदा हुन्ना कि जदों भी कोई दुश्मन ते तीर चलाउंदा, तीर बख्शदा नहीं, याद रखियो गल, तीर बख्शदा नहीं, तीर मारदा है। आपां की कहने आ भी सामने वैरी दल खड़ा होवे ते आपां ये थोड़ा कहांगे भी इहनूं तीर बख्शो, आपां कहांगे इहदे तीर मार, इहदी छाती च मार, इहदे मत्थे च मार, इहदे गिट्टे च मार, तीर मार। पर नहीं, कलगियां वाला पिता तीर बख्शदा है। तीर बख्शदा है, किवें बख्शदा है? क्योंकि कलगियां वाले पातशाह दे तीर दे अगे सोना लगा है। सोना लगा है। जिड्डा मर्जी औरंगजेब राजा होवेगा, पर कलगियां वाले पातशाह वर्गा नहीं हो सकता। क्यों? क्या? बादशाह दरवेश गुरु गोबिंद सिंह, बादशाह दा बादशाह मेरा पातशाह तीर बख्शदे ने गुरु गोबिंद सिंह महाराज। जे ते मर गया इहदे घर दे दा कफन लै लैणगे,
ਇਹਦੇ ਘਰ ਦੀਆਂ ਅੰਤਮ ਰਸਮਾਂ ਪੂਰੀਆਂ ਕਰ ਲੈਣਗੇ। ਜੇ ਬਚ ਗਿਆ ਤੇ ਇਸ ਸੋਨੇ ਨਾਲ ਇਹਦੇ ਘਰ ਦੇ ਦਾ ਇਲਾਜ ਕਰਾ ਲੈਣਗੇ। ਕਿੱਡੀ ਦੂਰ ਅੰਦੇਸੀ ਹੈ ਕਲਗੀਆਂ ਵਾਲੇ ਪਾਤਸ਼ਾਹ ਦੀ, ਕਿੱਡੀ ਦੂਰ ਅੰਦੇਸੀ ਹੈ। ਤੀਰ ਬਖਸ਼ਦੇ ਨੇ, ਤੀਰ ਮਾਰਦੇ ਨੇ, ਮਾਰਦੇ ਨਹੀਂ। ਤੀਰ ਬਖਸ਼ਿਆ ਨਾਰ ਖਾਨ। ਇੱਕ ਹੋਰ ਚੜ ਕੇ ਆਇਆ ਗੁਰਜ ਨਾਲ ਉਹਦਾ ਸਿਰ ਭੰਨਿਆ ਖਰਬੂਜੇ ਦੀ ਤਰ੍ਹਾਂ। ਇੱਕ ਜਿਹੜਾ ਸੀ ਉਹ ਕੰਧ ਦੇ ਓਲੇ ਹੋ ਕੇ ਨਿਕਲ ਗਿਆ ਜਦੋਂ ਵੇਖ ਲਿਆ ਕਲਗੀਆਂ ਵਾਲੇ ਪਾਤਸ਼ਾਹ। ਤੇ ਜ਼ਫਰਨਾਮੇ 'ਚ ਸਤਿਗੁਰਾਂ ਨੇ ਜ਼ਿਕਰ ਕੀਤਾ ਵੀ ਜੇ ਤੇਰਾ ਉਹ ਵੀ ਉੱਤੇ ਚੜ ਕੇ ਆਉਂਦਾ ਨਾ, ਇੱਕ ਤੀਰ ਮੈਂ ਉਹਨੂੰ ਵੀ ਬਖਸ਼ਦਾ, ਇੱਕ ਤੀਰ ਉਹਨੂੰ ਵੀ ਦਿੰਦਾ। ਖੈਰ ਇੱਥੋਂ ਫਿਰ ਬਾਬਾ ਅਜੀਤ ਸਿੰਘ ਜੀ ਆਗਿਆ ਲੈਂਦੇ, ਸਤਿਗੁਰੂ ਜੀ ਕਿਰਪਾ ਕਰੋ, ਮੈਂ ਵੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣਾ ਚਾਹੁੰਦਾ, ਮੈਂ ਵੀ ਜਾਣਾ ਚਾਹੁੰਦਾ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਵੀ ਵੈਰੀ ਦਲ 10 ਲੱਖ ਦਾ ਘੇਰਾ ਹੈ ਤੇ ਵੇਖ ਉਹਨਾਂ ਕੋਲ ਹਥਿਆਰ ਕੀਮਤੀ ਸਭ ਕੁਝ ਹੈ, ਤੁਸੀਂ ਜਾਓਗੇ ਕੀ ਕਰੋਗੇ? ਤੇ ਬਾਬਾ ਅਜੀਤ ਸਿੰਘ ਕਹਿੰਦੇ ਸਤਿਗੁਰੂ ਜੀ ਤੁਸੀਂ ਆਪ ਹੀ ਤੇ ਨਾਮ ਮੇਰਾ ਅਜੀਤ ਰੱਖਿਆ, ਨਾਮ ਕਾ ਅਜੀਤ ਹੂੰ, जीता नहीं जाऊंगा, जीता भी गया तो जीता नहीं आऊंगा। मेरा नाम तुसी अजीत रखिया ना, अजीत का मतलब हुंदा जी जिहड़ा जित्या ना जावे, आ जित, जिहदे ते कोई जित ना प्राप्त कर सके। कहंदे नाम मेरा अजीत गए ते बैरियां तो जित्या नहीं जावांगा, जे जित्या भी गया ते पिता गुरदेव फिर वापस नहीं आवांगा। कहंदे निकले कन घोड़े दे उपर चढ़ के इन्नी रफ्तार नाल गए कि लखां दे आखू लाए बाबा अजीत सिंह ने, नाल दे ਸਿੰਘਾਂ ने लखां दे आखू लाए। ते इत्थे आखू लांदे लांदे जदों वर्षा बाबा अजीत सिंह ने एक मुसलमान दी छाती विच मारिया, उन्हें संजो पाई सी लोहे दी संजो, ਉਹਦੇ ਵਿੱਚ ਉਹ ਵਰਸ਼ਾ ਟੁੱਟ ਗਿਆ, ਨੇਜਾ ਟੁੱਟਿਆ, ਕੱਲੀ ਡਾਂਗ ਹੱਥ 'ਚ ਰਹਿ ਗਈ। ਸਾਡੇ ਵੀ ਸਿੰਘਾਂ ਕੋਲ ਨੇਜੇ ਹੁੰਦੇ ਆ ਨਾ, ਤੇ ਪਿੱਛੇ ਉਹਦੇ ਡਾਂਗ ਹੀ ਹੁੰਦੀ ਆ, ਅੱਗੇ ਨੇਜਾ ਹੁੰਦਾ, ਅੱਗੇ ਭਾਲਾ ਹੁੰਦਾ। ਉਹ ਟੁੱਟਿਆ ਤੇ ਕੱਲੀ ਡਾਂਗ ਰਹਿ ਗਈ। ਫਿਰ ਆਪਣੀ ਕਿਰਪਾਨ ਨੂੰ ਹੱਥ ਪਾਇਆ ਤੇ ਹਜ਼ਾਰਾਂ ਦੇ ਆਖੂ ਲਾਏ, ਇੱਕ ਤੀਰ ਆ ਕੇ ਬਾਬਾ ਅਜੀਤ ਸਿੰਘ ਦੇ ਲੱਗਿਆ। ਹੁਣ ਯਾਦ ਰੱਖਿਓ, ਜਿਹੜੇ ਵੈਰੀ ਦਲ ਤੋਂ 14 ਜੰਗਾਂ ਨਾਲ ਸਰ ਹੋਈਆਂ, ਚਲੋ ਬਾਅਦ ਦੀਆਂ 2 ਜੰਗਾਂ ਨੇ, ਜੇ 12 ਵੀ ਕਹਿ ਲਈਏ, ਜਿਨ੍ਹਾਂ ਤੋਂ ਇਹ ਜੰਗਾਂ ਨਾਲ ਜਿੱਤੀਆਂ ਗਈਆਂ, ਉਹ ਕਿੱਡਾ ਕੁ ਦੁਖੀ ਹੋਵੇਗਾ ਔਰੰਗਜ਼ੇਬ ਵੀ ਮੇਰੇ ਕੋਲ ਏਡੇ ਵੱਡੇ ਜਰਨੈਲ ਨੇ, ਇੰਨੀ ਟ੍ਰੇਨਿੰਗ ਦਿੱਤੀ ਹੈ, ਏਡੇ ਕੀਮਤੀ ਹਥਿਆਰ ਨੇ, ਤੇ ਮੁੱਠੀ ਭਰ ਸਿੰਘ ਇਹਨਾਂ ਤੋਂ ਕਾਬੂ ਨਹੀਂ ਆਉਂਦੇ। ਸੱਚ ਗਾ ਉਹਨਾਂ 'ਚ ਬਹੁਤ ਜ਼ਿਆਦਾ ਗੁੱਸਾ ਹੋਵੇਗਾ। ਤੇ ਦੂਜੀ ਗੱਲ ਇਨਾਮ ਸੀ, ਜੇ ਕੋਈ ਕਲਗੀਆਂ ਵਾਲੇ ਪਿਤਾ ਦੇ ਪਰਿਵਾਰ ਦੀ ਖਬਰ ਵੀ ਦਵੇ, ਜੇ ਸੀਸ ਵੱਢ ਕੇ ਲੈ ਕੇ ਆਵੇ, ਇਨਾਮ ਸੀ। ਤੇ ਉਹਨਾਂ ਘੱਟ ਥੋੜਾ ਗੁਜ਼ਾਰੀ ਜਦੋਂ ਬਾਬਾ ਅਜੀਤ ਸਿੰਘ ਜ਼ਮੀਨ ਤੇ ਡਿੱਗੇ ਹੋਣਗੇ। 390 ਫੱਟਾਂ ਦਾ ਜ਼ਿਕਰ ਕਰਦੇ ਆ ਵਿਦਵਾਨ, 390 ਫੱਟ ਜੀ। ਇੱਕ ਫੱਟ ਵੱਜੇ ਤੇ ਤੁਸੀਂ ਹਿਸਾਬ ਲਾਓ ਕਿੰਨਾ ਦਰਦ ਹੁੰਦਾ ਹੈ। ਤੇ ਬਾਬਾ ਅਜੀਤ ਸਿੰਘ ਨੂੰ ਕੋ ਕੇ ਸ਼ਹੀਦ ਕੀਤਾ ਉਹਨਾਂ। ਜਿਹਦੇ ਕੋਲ ਵਰਸ਼ੀ ਸੀ ਉਹਨੇ ਵਰਸ਼ੀ ਮਾਰੀ, ਜਿਹਦੇ ਕੋਲ ਤਲਵਾਰ ਸੀ ਉਹਨੇ ਤਲਵਾਰ, ਜਿਹਦੇ ਕੋਲ ਨੇਜਾ ਸੀ ਉਹਨੇ ਨੇਜਾ, ਜਿਹਦੇ ਕੋਲ ਖੰਜਰ ਸੀ ਉਹਨੇ ਖੰਜਰ ਮਾਰਿਆ। ਕਿਉਂਕਿ ਆਪਣਾ ਗੁੱਸਾ ਕੱਢਿਆ ਜੀ ਉਹਨਾਂ ਨੇ, ਗੁੱਸਾ ਕੱਢਿਆ। ਤੇ ਸਰੀਰ, ਕਿਉਂਕਿ ਇਨਾਮ ਮਿਲੇਗਾ, ਔਰੰਗਜ਼ੇਬ ਤੋਂ ਇਨਾਮ ਮਿਲੇਗਾ ਉਹਦੇ ਦਰਬਾਰ 'ਚੋਂ, ਇਸ ਕਰਕੇ ਇਹਨਾਂ ਜਰਵਾਣਿਆਂ ਨੇ ਸਰੀਰ ਦੇ ਨਾਲ ਵੀ ਅਦੋਖਤੀ ਕੀਤੀ। ਉਹ ਕਾਹਦਾ ਸ਼ੇਰ ਹੋਇਆ ਜਿਹੜਾ ਮਰੇ ਤੀ ਵਾਰ ਕਰੀ ਜਾਵੇ? ਉਹ ਤੇ ਸ਼ੇਰ ਨਾ ਹੋਇਆ। ਅਸਲ ਸ਼ੇਰ ਤੇ ਉਹ ਹੈ ਨਾ ਜਿਹੜਾ ਸਾਹਮਣੇ ਖਲੋ ਕੇ ਵੇਖੋ ਨਾ। ਮੈਂ ਇਤਿਹਾਸ ਪੜ੍ਹ ਕੇ ਵੇਖੋ, ਹਿਸਟਰੀ ਆਫ ਪੰਜਾਬ ਨੂੰ ਪੜ੍ਹੋ ਤੁਸੀਂ, BA ਦੇ ਵਿੱਚ ਪੜ੍ਹਦੇ ਸਾਂ, ਤੇ ਹਿਸਟਰੀ ਆਫ ਪੰਜਾਬ ਨੂੰ ਪੜ੍ਹੋ। ਮੈਂ ਬਾਤ ਹੀ ਪਿੱਛੇ ਨਹੀਂ ਜਾਂਦਾ, ਮੁਹੰਮਦ ਬਿਨ ਕਾਸਿਮ ਤੱਕ ਨਹੀਂ ਜਾਂਦਾ, ਮੈਂ ਮੁਹੰਮਦ ਗੌਰੀ ਤੱਕ ਹੀ ਜੇ ਮੈਂ ਕਹਾਂ। ਮੁਹੰਮਦ ਗੌਰੀ 1001 ਈਸਵੀ ਤੋਂ ਹਮਲੇ ਸ਼ੁਰੂ ਕਰਦਾ, 1026 ਤੱਕ 17 ਵਾਰ ਭਾਰਤ ਦੀ ਧਰਤੀ ਤੇ ਹਮਲੇ ਕਰਦਾ, ਜਿਹਦੇ ਵਿੱਚ ਸੋਮਨਾਥ ਮੰਦਰ ਦੀ ਸਭ ਤੋਂ ਵੱਡੀ ਲੁੱਟ ਹੈ। 1001 ਤੋਂ ਲੈ ਕੇ 1704 ਈਸਵੀ ਤੱਕ ਜੇ ਤੁਸੀਂ ਵੇਖੋਗੇ ਤੇ 703 ਸਾਲ ਦਾ ਸਮਾਂ ਬਣਦਾ ਹੈ। ਕਿੰਨਾ ਜੀ? 703 ਸਾਲ ਦਾ ਸਮਾਂ ਬਣਦਾ। 703 ਸਾਲ ਦੇ ਸਮੇਂ 'ਚ ਮੈਨੂੰ ਕਿਤੇ ਵੀ ਬਾਬਾ ਅਜੀਤ ਸਿੰਘ ਵਰਗਾ ਯੋਧਾ ਨਹੀਂ ਲੱਭਿਆ। 703 ਸਾਲ ਦੇ
इस समय च 7 सदियां ते 3 साल, 7 सदियां ते 3 साल दे वकबे च बाबा अजीत सिंह वर्गा मैनू कोई योधा नहीं लभ्या इस हिस्टरी ऑफ पंजाब च। पढ़दे जे है तो दस्सिओ जरूर मेरे ज्ञात ले, पर मैनू नहीं लभ्या जिन्हें वैरी दल के सामने खलो के वंगारिया होवे आ रहा मैं, जे हिम्मत है तो रोक लो। तो फिर सतगुरां ने ममटी तो ये बात कही सी, शाबाश क्या खूब लड़े हो, क्यों ना, क्योंकि गोविंद के फरजंद बड़े हो। सतगुरां ने कहा सी, वाह अजीत सिंघा बड़ी बहादरी नाल लड़िया। तो उहदी बहादरी नूं वेख करके ना तो फिर बाबा जुझार सिंह जी अगे आए, उन्हें बेनती की, पिता गुरुदेव कृपा करो, बाई के बिना हमें जीना नहीं आता, सोना नहीं, खाना नहीं, पीना नहीं बाता, भरा तो बिना ते मेरे तो एक पल भी नहीं रहा जाता, मेरे तो भी कृपा करो, मैं भी जंग के मैदान च शहीद होना चाहना, मैं भी शहीद होना चाहना। सिंह कहते सतगुरु जी 2 पुत्र ने, एक तो शहादत का जाम पी गया, एक ही बचा के चमकौर की गड़ी चो लंघ जाओ, असी हैगे हाँ जिन्ना तक जान है लड़ांगे। पर करगियां वाले पिता ने क्या, नहीं सिंघो, इतिहास कलंकित हो जाएगा तो लोग कल नूं ये बात कहणगे गुरु गोबिंद सिंह अपने बच्चों नूं बचा के सेफ निकल गया सी, लोकां दे बगाने पुत मरवा गया सी। नहीं, इतिहास कलंकित नहीं होण देना। ये ना कहन लोकी कि कलगियां वाले ने सिंह होर समझे ते पुत होर समझे, इदा नहीं होवेगा। इस करके जदों बाबा जुझार सिंह जी आए, उन्होंने आके बेनती की, वेखो दोवें पुत्र आप आए ने, ये नहीं भी कलगी वाले पातशाह ने ड्यूटी लाई भी हुण तेरी अजीत सिंघा ड्यूटी, हुण तेरी जुझार सिंघा ड्यूटी ना, आप आके बेनती की सतगुरां कोल। ते सतगुरु जी कहंदे आ तू छोटा है, तू छोटा है, किवें इन्हां वैरियां दा सामना करेगा। ते पिता नूं कहा सी, पिता जी एक नहीं ज़्यादा नहीं, मैं 5-7 नूं ते लैके मरांगा, 5-7 ते झटकावांगा ना, तुसी कृपा करो। ते फिर सतगुरां ने अपने कोलों एक खंजर दिता, एक खंजर दिता, लो देते हैं खंजर, इसे शमशीर समझना, नेजे की जगह इसे दादा का तीर समझना। कहंदे मैं तेनू खंजर देन लगा ते खंजर नू तू तीर समझी, शमशीर समझी, अपने दादा वालों बख्शिश किया होया तीर समझी। हुण इत्थे कहांगे पहला शमशीर फिर तीर क्यों? क्योंकि कलगियां वाले पातशाह कोल बड़े कीमती हथियार आउंदे सन। पंचकुला शस्त्र की जदों गल आउंदी है, भी जदों रतन सिंह त्रिपुरे का राजा जिहड़ा रतन सिंह वो लैके आउंदा ते पंचकुला शस्त्र लैके आउंदा। पंचकला का मतलब भी 5 कलावां वाला, जिहदी एक कला मरोड़ दी सी वो पिस्तौल बनदा सी, दूजी मरोड़ दो गुरज बन जांदा सी, तीजी ते तलवार बन जांदा सी, चौथी ते नेजा बन जांदा सी। इदां 5 कलावां सन, ओहदियां एक कला मोड़ी दी सी ते वो अलग शस्त्र का रूप धारण कर लैंदा सी। ते इत्थे जिहड़ा खंजर दिता होवेगा वो खंजर भी बड़ा कीमती होवेगा, क्योंकि वो शमशीर भी क्या उन्होंने तीर भी क्या है, इसका मतलब दोवें काम करता होगा। इसलिए सतगुरां ने देते हैं हम खंजर, इसे शमशीर समझना, नेजे की जगह दादा का तीर समझना। सतगुरां ने वो दिता जी खंजर, तो फिर क्या, जाओ पधारो तुम्हें अल्लाह को सौंपा, मर जाओ जा मारो तुम्हें अल्लाह को सौंपा, सिक्खी को उबारो तुम्हें अल्लाह को सौंपा। सतगुरु कलगीधर पातशाह का जिक्रा बहुत वड्डा है। कहंदे आ नाले भी समझाया, जुझार सिंघा वेख वैरी तेरे ते तीर मारनगे, तेरे ते तलवार चलाउणगे, पर एक बारी मेरा पुत्र मेरे वाल मूँह करके मूँह विखा दी एक बारी, जदों वैरी तेरे ते तीर चलाउणगे। क्योंकि वेखो जी ये इतिहास ही ऐसा भी जिन्होंने पढ़न लग्या भी अखां नम हो जांदियां। पर एक सिंह कहंदा भी ये शहादत ते साडे च जोश भरदी, स्पिरिट भरदी गल वखरी,
पर मैं कहना कोई पत्थर दिल होवेगा जिहड़ा इन्हां दिनां च अखां चों पानी ना आउंदा होवेगा। ये दास्तान नूं अपने पिंडे ते संताप अपने पिंडे ते हंडा के वेखोगे पता तो फिर लगदा ना। मैं कहना अज भी कहंदे भी फतेहगढ़ साहिब की धरती ते मुसलमान पुंजे सौंदे आ, कदी सौं के वेखो इन्हां दिनां च। इसलिए हुण कलगी वाले पातशाह दे ये फरजंद भी जदों गए खन ते अखीरी अपने भरा दे कोल जा करके ते शहादत दा जाम पी गए। कलगीधर पिता दे 2 पुत्र, 5 प्यारियां दे विचों 3 प्यारे भाई साहब सिंह, भाई मोहकम सिंह, भाई हिम्मत सिंह, 5 मुगते भाई देवा सिंह, भाई राम सिंह, भाई ईशर सिंह, भाई टहल सिंह ते भाई फतेह सिंह, फिर गुरबख्श सिंह, आलम सिंह इत आदਿਕ होर ਜਿਹੜੇ ਸਿੰਘ ਨੇ 40 ਸਿੰਘ इस जगह के उपर जंग के अंदर शहीद होंदे आ। ਸਿੰਘ बेनती करते कलगी वाले पातशाह इस जगह तो तुसी चले जावो, तुसी कौम नूं फिर उबार दोगे। जदों 2 लाल शहीद होए ना, वेखो जेरा किड्डा। कलगी वाले पातशाह बाबा अजीत सिंह शहीद होंदे ते उदों जकारा लाउंदे, ਸਿੰਘਾਂ ਦੇ गले रुक जाते, पर पिता गुरु गोबिंद सिंह महाराज का गला नहीं रुकता। फिर जदों बाबा जुझार सिंह शहीद होंदे तां सतगुरु जकारा लाउंदे, पर सिंह फिर भी नम हो जाते, चुप कर जाते। कैसी अख सी कलगियां वाले पिता दी कि 300 फट खांदे बाबे अजीत सिंह नूं अपनियां अखां नाल वेख रहे ने। कहो हाँ किते पुत्तर दा किते माड़ा जा बलेट वज के हथ भी कट्टिया जावे, सारी रात नहीं सौंदे। सौने आ सारी रात, नाल वो चीसा मारदा है, नाल असीं रोने आ, क्योंकि पुत्तर नाल प्यार ही इन्ना मुहब्बत है। पर 390 फट वेख के कलगियां वाला पातशाह गड़ी चमकौर दी चो जकारे लाउंदा है। शहीद हुंदे पुत्तरां नूं वेख के कलगियां वाला पातशाह जकारे लाउंदा है। इसलिए 3 मिनट रह गया, मैं बेनती करां इन्हां दिनां दे अंदर, क्योंकि इतिहास तो बहुत लंबा, फिर इतों कलगियां वाले पातशाह जी बुजदलां तरह नहीं खड़क के ताड़ी मार के इस जगह तो जाते आ। सतगुरु ताड़ी मार के पीरे हिंद मेहर वध भी सिखां दा गुरु जा रहा, जिहदे च हिम्मत आके रोक लवो, ललकार के गए सतगुरु जी। फिर अगे माछी बाड़े दे जंगल, फिर लम्मा सफर है। खैर बात मैं बेनती करां भी इन्हां दिनां दे विच जिथे आप गुरु घर आउंदे हो उत्थे अपने बच्चियां नूं भी लैके आया करो, क्योंकि लाइव चलदा अलग गल है, पर जदों असीं गुरु की खदूद विच बैठ के सुनते हैं ना, उदों फिर वखरा ही जोश आउंदा है। लाइव चलदा ते आ कोई चाह फड़ाण आ गया, कोई रोटी फड़ाण आ गया, विच ही टुट गई लड़ी। पर इत्थे ये आ भी असीं सामने बह के सुनना है, इत्थे लड़ी नहीं टुटनी, इत्थे आनंद उदां ही वो दृश्य सामने आउंदा जी। वो दृश्य मैं गल कर रहा सी भी कीमती हथियार सन गुरु गोबिंद सिंह महाराज को, कीमती हथियार। ये नहीं आ भी वो खुंडे सन जी, वो इदां सी, ना ना, कीमती हथियार सन। तां करके एक तीर चलाउंदे ते किन्ने लख दे विचों कढदे तीर। कलगीधर पातशाह इहदे उपर भी बड़े विवाद खड़े कर लए असीं, पर अज भी मैं जिक्र करदा, अज भी एक सिंह है वो कहंदा भी जिहड़ी मैं तलवार बनावांगा ना, दूसरियां तलवारां दे 3 टुकड़े करके विखा दांगा, 3 टुकड़े। ते जे अज हो सकदा है कि उस वक्त नहीं हो सकता भी भाई बचित्र सिंह ने नागनी अख च मार दी, गले च मार दी, ना, सीधी अगले ने तवियां च मारी है। तो इस गल नूं मैं मनदा कि तवियां चीर के वो नागनी खाती दे सीधा मत्थे च वजी होवेगी, क्योंकि हथियार एडे कीमती ने। सतगुरां कोल कोई माड़े हथियार नहीं गए। सतगुरु जी कृपा करन, बच्चियां नूं प्रेरो, अपणियां नूं सिੱਖੀ ਵੱਲ ਲੈ के आओ। इन्हां दिनां च आ लसानी शहादतां उन्हां नूं दसो, आप पढ़ो, आप पढ़ाओ, आप उन्होंने गुरु घर लैके आओ। वो समझन कि असी मैकल जैक्सन नहीं, असी बाबा अजीत सिंह बनना है, असी बाबा अजीत सिंह वर्गे बनना है, असी बाबा जुझार सिंह वर्गे बनना है कि जिहड़ा लखां दियां फौजां नूं नेस तो नबूद कर देंदे आ। ये दसो उन्होंने, तां तुहाडी आ पनीरी बचेगी। बेअंत प्रकार दीयां गलतियां दी खिमा जी। आप गुरु रूप संगत साहिब सच्चे पातशाह बख्शणयोग बख्श लैना। कोट कोटान धन्नवाद। धन गुरु ग्रंथ साहिब महाराज, इत्थों दी समूह प्रबंधक कमेटी, हैड ग्रंथी साहबान,
ਭਾਈ ਸਾਹਿਬਾਨ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰ, ਤੁਮਰੀ ਕਿਰਪਾ में सुख कनेरे, कोई न जाने तुमरा अंत। ऊंचे ते ऊंचा भगवंत, सगल समगरी तुमरे सूतर तारी। तुम ते होए सो आज्ञाकारी, तुमरी गत मित तुम ही जानी। नानक दास सदा कुर्बानी। अरदास एक ओंकार। वाहिगुरु जी की फतेह। श्री भगवती जी सहाय। वार श्री भगवती जी की पातशाही 10वीं। प्रथम भगवती सिमर कै गुरु नानक लाइन ते आए, फिर अंगद गुर ते अमरदास। रामदासे हुई सहाय, अर्जन हर गोबिंद नौ। सिमरौं श्री हर राय, श्री हर कृष्ण ते आईए। जिस डिठे सब दुख जाए, तेग बहादुर सिमरै। घर नौनी दावे धाए, सब थाई होए सहाय। 10वां पातशाह श्री गुरु गोबिंद सिंह साहिब जी, सब थाई होए सहाय। 10 पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी। 5 प्यारियां 4 ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਈ ਦੇ ਕੇ ਅਨਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ